वचन तेरा है प्रभु, जीवन की ज्योति है। वचन तेरा है गुरु, अनंत जीवन है। वचन तेरा है प्रभु। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਦਿਨ ਪ੍ਰਭੂ ਨੇ ਸਾਨੂੰ ਉਸ ਦੀ ਮਹਿਮਾ ਦੇ ਲਈ ਦਿੱਤਾ ਹੈ। ਅਸੀਂ ਉਸ ਦੇ ਲਈ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਦਿਨ ਦੇ ਵਿੱਚ ਪਰਮੇਸ਼ਰ ਦੇ ਵਚਨ ਦੀ ਬਰਕਤ ਨੂੰ ਵੇਖੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵੱਗ ਪਰਮੇਸ਼ਰ ਹੈ। ਹਰ ਦਿਨ ਆਪਣੇ ਵਚਨ ਦਾ ਭੇਤ ਸਾਨੂੰ ਦਿੰਦਾ ਹੈ ਸਾਡੇ ਜੀਵਨ ਦੇ ਵਿੱਚ ਆਤਮਿਕ ਉન્નਤੀ ਦੇ ਲਈ। ਪਰਮੇਸ਼ਰ ਅੱਜ ਵੀ ਆਪਣੇ ਵਚਨ ਦੇ ਨਾਲ ਸਾਨੂੰ ਆਤਮਿਕ ਉન્નਤੀ ਦਾ ਉਤਸ਼ਾਹ ਦੇ, ਜਿਸ ਦੇ ਨਾਲ ਤੇਰੇ ਰਾਜ ਵਿੱਚ ਤੇਰੀ ਜਿਉਂਦੀ ਆਸ ਦੇ ਲਈ ਵਧਦੇ ਜਾਈਏ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਸਾਰਾ ਆਦਰ ਮਾਨ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਮੰਗਦੇ, ਆਮੀਨ। ਪਿਆਰੇ ਅਜ਼ੀਜ਼, ਅਸੀਂ ਬਾਈਬਲ ਬਾਣੀ ਨੂੰ ਪੜ੍ਹਦੇ ਹਾਂ, ਉਸ ਦਾ ਰਿਆਜ਼ ਕਰਦੇ ਹਾਂ, ਪਰ ਕਈ ਵਾਰ ਸਾਨੂੰ ਉਹ ਸਮਝ ਨਹੀਂ ਆਉਂਦੀ ਹੈ। ਬਹੁਤ ਲੋਕ ਸਾਡੇ ਨਾਲ ਗੱਲਾਂ ਕਰਦੇ ਨੇ, ਮੈਂ ਵਚਨ ਤਾਂ ਪੜ੍ਹਦਾ ਪਰ ਸਮਝ ਨਹੀਂ ਆਉਂਦੀ। ਕਈ ਇੱਥੋਂ ਤੱਕ ਆਖਦੇ ਨੇ, ਜਦੋਂ ਅਸੀਂ ਵਚਨ ਪੜ੍ਹਦੇ ਹਾਂ ਜਾਂ ਸੰਗਤ ਵਿੱਚ ਜਾਂਦੇ ਹਾਂ, ਸਾਨੂੰ ਨੀਂਦ ਆ ਜਾਂਦੀ ਹੈ। ਕਈ ਵਿਅਕਤੀ ਇਹ ਆਖਦੇ ਹਨ ਕਿ ਸਾਨੂੰ ਵਚਨ ਕਿਉਂ ਪੜ੍ਹਨਾ ਹੈ। ਇਹ ਸਾਰੀਆਂ ਗੱਲਾਂ ਦੇ ਲਈ ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਇਸ ਗੱਲ ਦਾ ਸੀਕਰਟ, ਭੇਤ ਸਾਨੂੰ ਦਿੱਤਾ ਹੋਇਆ। ਅਸੀਂ ਉਸ ਨੂੰ ਪਰਮੇਸ਼ਰ ਦੇ ਵਚਨ ਲੂਕਾ ਦੀ ਅੰਜੀਲ ਉਸ ਦੀ 24 ਦੀ 45 ਆਇਤ ਨੂੰ ਪੜ੍ਹਾਂਗੇ। ਇੱਥੇ ਇਸ ਤਰ੍ਹਾਂ ਲਿਖਿਆ ਹੈ ਕਿ ਤਦ ਉਸ ਨੇ ਉਹਨਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ। ਤਦ ਉਸ ਨੇ ਉਹਨਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ। ਵਿਸ਼ਵਾਸੀਆਂ ਵਿੱਚ ਇਸ ਤਰ੍ਹਾਂ ਦਾ ਅੰਨ੍ਹਾਪਣ ਹੁੰਦਾ ਹੈ, ਜਿਸ ਕਾਰਨ ਉਹਨਾਂ ਨੂੰ ਪਰਮੇਸ਼ਰ ਦਾ ਵਚਨ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਜਿਸ ਤਰ੍ਹਾਂ ਅਸੀਂ ਇਮਾਉਸ ਦੇ ਰਾਹ ਵਿੱਚ ਜਾਂਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਲ ਉਹਨਾਂ ਚੇਲਿਆਂ ਨੂੰ ਵੇਖ ਰਹੇ ਸੀ ਜੋ ਪਰਮੇਸ਼ਰ ਦੇ ਵਚਨ ਨੂੰ ਸਮਝਣ ਦੇ ਲਈ ਆਪਸ 'ਚ ਗੱਲਾਂ ਕਰਦੇ ਹੋਏ ਜਾ ਰਹੇ ਸੀ। ਜਦੋਂ ਪ੍ਰਭੂ ਨੇ ਉਹਨਾਂ ਨਾਲ ਗੱਲਾਂ ਕੀਤੀਆਂ ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਅਸੀਂ ਦੇਖਦੇ ਹਾਂ ਕਿ ਉਹ ਬਾਈਬਲ ਤਾਂ ਪੜ੍ਹਦੇ ਹਨ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ, ਅਤੇ ਇਸ ਲਈ ਉਹਨਾਂ ਨੇ ਬਹੁਤ ਛੇਤੀ ਜਦੋਂ ਵਚਨ ਪੜ੍ਹਦੇ ਹਨ ਤਾਂ ਨੀਂਦ ਆ ਜਾਂਦੀ ਹੈ। ਕੁਝ ਲੋਕਾਂ ਨੂੰ ਲੇਵੀਆਂ ਦੀ ਗਿਣਤੀ ਦੀ, ਪ੍ਰਕਾਸ਼ ਦੀ ਪੋਥੀ ਦੀਆਂ ਜਿਹੜੀਆਂ ਜਿਸ ਤਰ੍ਹਾਂ ਸ੍ਰੇਸ਼ਟ ਗੀਤ ਨੇ, ਇਹ ਪੁਸਤਕਾਂ ਉਹਨਾਂ ਨੂੰ ਥਕਾ ਦਿੰਦੀਆਂ। ਇਹਦੇ ਵਿੱਚ ਉਹਨਾਂ ਨੂੰ ਨੀਂਦ ਆਉਣ ਲੱਗ ਪੈਂਦੀ ਹੈ ਅਤੇ ਇਹਨਾਂ ਦੇ ਭੇਤ ਉਹਨਾਂ ਨੂੰ ਸਮਝਣ ਨਹੀਂ ਆਉਂਦੇ ਹਨ। ਕਈ ਵਾਰ ਇਹਨਾਂ ਗੱਲਾਂ ਦੇ ਨਾਲ ਉਹ ਪੜ੍ਹਨਾ ਛੱਡ ਦਿੰਦੇ ਨੇ, ਆਪਣੇ ਮਨਪਸੰਦ ਅਧਿਆਏ ਪੜ੍ਹਦੇ ਨੇ। ਇਸ ਤਰ੍ਹਾਂ ਬਾਈਬਲ ਦਾ ਭੇਤ ਸਾਡੇ ਜੀਵਨ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦਾ ਹੈ। ਇੱਕ ਵਚਨ ਹੈ ਜੋ ਸਮਝਣ ਦੇ ਲਈ ਸਾਡੇ ਵਿੱਚ ਗੱਲ ਕਰਦਾ ਹੈ, ਜੋ ਪ੍ਰਭੂ ਦੇ ਵਚਨ ਵਿੱਚ ਦੇਖਦੇ ਹਾਂ। ਔਰ ਇਸ ਦੇ ਵਿੱਚ ਜੋ ਪਰਮੇਸ਼ਰ ਨੇ ਮੈਨੂੰ ਵਿਸ਼ਾ ਦਿੱਤਾ ਹੈ ਉਹ ਹੈ ਵਚਨ ਸਮਝਣ ਦੀ ਬੁੱਧੀ। ਵਚਨ ਸਮਝਣ ਦੀ ਬੁੱਧੀ ਪ੍ਰਭੂ ਦਿੰਦਾ ਹੈ। ਜਿਸ ਤਰ੍ਹਾਂ ਉਸਨੇ ਇਮਾਉਸ ਦੇ ਮਾਰਗ ਵਿੱਚ ਜਾਂਦਿਆਂ ਆਪਣੇ ਚੇਲਿਆਂ ਨੂੰ ਦਿੱਤੀ। ਪਹਿਲੀ ਗੱਲ ਇਸ ਵਿੱਚ ਅਸੀਂ ਵੇਖਦੇ ਹਾਂ, ਬਿਨਾਂ ਸ਼ਰਤ ਪ੍ਰਭੂ ਵਚਨ ਸਿਖਾਉਂਦਾ ਹੈ। ਪ੍ਰਭੂ
ਤੇ ਕੋਲ ਵਚਨ ਸਿੱਖਣ ਦੇ ਲਈ ਕੋਈ ਕੰਡੀਸ਼ਨਸ ਨਹੀਂ ਹੈ, ਕੋਈ ਸ਼ਰਤ ਨਹੀਂ ਹੈ, ਪਰ ਮੁਫਤ ਵਿੱਚ ਸਿਖਾਉਂਦਾ ਹੈ। ਪਰ ਉਸ ਨੂੰ ਸਮਝਣ ਦੇ ਲਈ ਇੱਕ ਵਿਅਕਤੀ ਦਾ ਨਵਾਂ ਜਨਮ ਹੋਣਾ ਜ਼ਰੂਰੀ ਹੈ। ਜਦ ਤੱਕ ਉਸ ਦਾ ਨਵਾਂ ਜਨਮ ਉਸ ਦੇ ਜੀਵਨ ਵਿੱਚ ਨਹੀਂ ਹੁੰਦਾ, ਤਦ ਤੱਕ ਉਸ ਦੀ ਬੁੱਧੀ, ਉਸ ਦਾ ਮਨ, ਉਸ ਦਾ ਵਿਵੇਕ ਨਹੀਂ ਖੁੱਲਦਾ ਹੈ। ਉਹ ਸੰਸਾਰ ਦੇ ਲਈ ਖੁੱਲ੍ਹਾ ਹੈ, ਪਰ ਪਰਮੇਸ਼ਵਰ ਦੇ ਲਈ ਬੰਦ ਹੈ। ਨਵਾਂ ਜਨਮ ਹੈ ਕਿ ਤੌਬਾ। ਤੌਬਾ ਦਾ ਮਤਲਬ ਕੀ ਹੈ? ਜਿਉਂਦੇ ਪਰਮੇਸ਼ਵਰ ਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਵੀਕਾਰ ਕਰਨਾ। ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਭੇਤਾਂ ਨੂੰ ਨਹੀਂ ਸਿੱਖ ਸਕਦੇ, ਕਿਉਂਕਿ ਸਾਡੀ ਬੁੱਧ ਉਦੋਂ ਤੱਕ ਬੰਦ ਹੈ ਜਦ ਤੱਕ ਅਸੀਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਤੌਬਾ ਕਰਕੇ ਨਵਾਂ ਜਨਮ ਨਹੀਂ ਪਾ ਲੈਂਦੇ। ਨਿਕੋਦੇਮਸ ਰਾਤ ਦੇ ਵੇਲੇ ਪ੍ਰਭੂ ਦੇ ਕੋਲ ਆਇਆ ਹੈ ਔਰ ਇੰਨਾ ਵੱਡਾ ਵਿਦਵਾਨ ਹੋ ਕੇ, ਇੰਨਾ ਵੱਡਾ ਗਿਆਨੀ ਹੋ ਕੇ ਉਸ ਨੂੰ ਨਵੇਂ ਜਨਮ ਦੀ ਸਮਝ ਨਹੀਂ ਸੀ। ਉਸ ਨੂੰ ਇਹ ਸਮਝ ਨਹੀਂ ਸੀ ਕਿ ਮਨੁੱਖ ਸਦਾ ਦਾ ਜੀਵਨ, ਅਨੰਤ ਜੀਵਨ ਕਿਵੇਂ ਪਾ ਸਕਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਉਸ ਨੂੰ ਨਵੇਂ ਜੀਵਨ ਦਾ ਭੇਤ ਤੌਬਾ ਦੇ ਨਾਲ ਦਿੱਤਾ, ਤਦ ਉਸ ਨੂੰ ਉਹ ਸਮਝ ਆ ਗਿਆ। ਇਹ ਹੈ ਪਰਮੇਸ਼ਵਰ ਦੇ ਕੀਤੇ ਹੋਏ ਕਾਰਜ ਜੋ ਮਨੁੱਖ ਜਾਤੀ ਦੇ ਲਈ ਕੀਤਾ ਗਿਆ, ਕਿਉਂਕਿ ਪਰਮੇਸ਼ਵਰ ਦੀ ਬਾਣੀ ਦੱਸਦੀ ਹੈ ਮਨੁੱਖ ਪਾਪੀ ਹੈ ਅਤੇ ਜਨਮ ਤੋਂ ਹੀ ਅਪਰਾਧੀ ਹੈ। ਬਾਬੇ ਆਦਮ ਤੋਂ ਪਾਪ ਸਾਡੇ ਵਿੱਚ ਆਇਆ ਹੈ ਔਰ ਇਹ ਪਾਪ ਸਾਡੇ ਸਭਨਾਂ ਦੇ ਵਿੱਚ ਸਾਡੀ ਬੁੱਧ ਨੂੰ ਬੰਦ ਕਰਕੇ ਪਰਮੇਸ਼ਵਰ ਦੇ ਉਸ ਪ੍ਰਤਾਪ ਨੂੰ, ਜੋ ਜਲਾਲ ਉਸ ਦੇ ਸਿੰਘਾਸਨ ਤੋਂ ਨਿਕਲਦਾ ਹੈ, ਮਤੇ ਉਸ ਨੂੰ ਅਸੀਂ ਦੇਖ ਪਾਈਏ। ਇਸ ਲਈ ਉਹ ਸਾਡੀ ਬੁੱਧ ਦੇ ਅੱਗੇ ਉਹ ਪਰਦਾ ਪਿਆ ਹੋਇਆ ਹੈ। ਸਾਨੂੰ ਕੁਝ ਵੀ ਸੱਚਾਈ ਪਰਮੇਸ਼ਰ ਦੀ, ਪਰ ਜਦੋਂ ਪਰਮੇਸ਼ਰ ਪੁੱਤਰ ਮੇਰੇ ਅਤੇ ਆਪ ਦੇ ਪਾਪਾਂ ਦਾ ਨਿਸਤਾਰਾ ਲੈ ਕੇ ਇਸ ਧਰਤੀ ਦੇ ਵਿੱਚ ਆਇਆ ਔਰ ਇਸ ਧਰਤੀ ਦੇ ਵਿੱਚ ਆ ਕੇ ਉਸਨੇ ਮੇਰੇ ਅਤੇ ਆਪ ਦੇ ਪਾਪਾਂ ਦਾ ਹਿਸਾਬ ਕਾਲਵਰੀ ਕਰੂਸ ਦੇ ਉੱਤੇ ਚੁਕਾ ਦਿੱਤਾ। ਉਹ ਮੇਰੇ ਪਾਪਾਂ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ ਅਤੇ ਮੇਰੇ ਪਾਪਾਂ ਦੇ ਬਦਲੇ ਉਹ ਜ਼ਮੀਨ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਦਫਨਾਇਆ ਗਿਆ ਅਤੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਹ ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ ਮੈਨੂੰ ਜੀਵਨ ਦੇਣ ਦੇ ਲਈ। ਜਦੋਂ ਮੈਂ ਇਸ ਗੱਲ ਦੇ ਉੱਤੇ ਨਿਹਚਾ ਕਰਦਾ ਹਾਂ, ਤਦ ਮੇਰੀ ਬੁੱਧ ਜੋ ਹੈ ਪਰਮੇਸ਼ਰ ਦੇ ਲਈ ਖੁੱਲ੍ਹ ਜਾਂਦੀ ਹੈ ਅਤੇ ਉਸ ਦੇ ਵਚਨ ਦੇ ਭੇਤ ਮੈਨੂੰ ਸਮਝ ਆਉਣੇ ਸ਼ੁਰੂ ਹੋ ਜਾਂਦੀ ਹੈ। ਇਸ ਗੱਲ ਨੂੰ ਜੋ ਮੈਂ ਦੱਸਿਆ, ਬਿਨਾਂ ਸ਼ਰਤ ਪ੍ਰਭੂ ਦਾ ਵਚਨ ਉਹ ਸਾਨੂੰ ਸਿਖਾਉਂਦਾ ਹੈ। ਅਸੀਂ ਇਸ ਨੂੰ ਵੇਖਦੇ ਹਾਂ ਜ਼ਬੂਰਾਂ ਦੀ ਪੋਥੀ 119 ਦਾ 18 ਜਦੋਂ ਅਸੀਂ ਪੜ੍ਹਦੇ ਹਾਂ, ਉਸ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਜ਼ਬੂਰ 119 ਦਾ 18 ਇੱਥੇ ਇਸ ਤਰ੍ਹਾਂ ਲਿਖਿਆ ਹੈ, ਮੇਰੀਆਂ ਅੱਖਾਂ ਖੋਲ ਭਾਈ, ਮੈਂ ਤੇਰੀ ਵਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ। ਮੇਰੀਆਂ ਅੱਖਾਂ ਖੋਲ ਤਾਂ ਕਿ ਮੈਂ ਤੇਰੀ ਵਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ। ਅੱਖਾਂ ਖੋਲਦੀਆਂ ਨੇ ਤੌਬਾ ਕਰਕੇ। ਉਦੋਂ ਮੈਂ ਪਰਮੇਸ਼ਰ ਦਾ ਬੱਚਾ ਬਣ ਜਾਂਦਾ ਹਾਂ ਅਤੇ ਪਰਮੇਸ਼ਰ ਦੀ ਸੰਤਾਨ ਬਣ ਕੇ ਜਦੋਂ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ, ਉਹ ਪਰਮੇਸ਼ਰ ਜਿਸ ਤਰ੍ਹਾਂ ਉਸਨੇ ਇਮਾਊਸ ਦੇ ਮਾਰਗ ਦੇ ਵਿੱਚ ਆਪਣੇ ਚੇਲਿਆਂ ਨੂੰ ਪੂਰਾ ਓਲਡ ਟੈਸਟਾਮੈਂਟ ਪੂਰਾ ਪੁਰਾਣਾ ਨਿਯਮ ਸਿਖਾਇਆ ਕਿ ਕਿਸ ਤਰ੍ਹਾਂ ਮਸੀਹਾ ਦੇ ਬਾਰੇ ਪੁਰਾਣੇ ਨਿਯਮ ਦੇ ਵਿੱਚ ਉਸ ਦੀ ਕੁਰਬਾਨੀ ਦੇ ਲਈ, ਮਨੁੱਖੀ ਜੀਵਨ ਦੇ ਲਈ ਲਿਖਿਆ ਗਿਆ ਸੀ, ਉਸ ਨੂੰ ਅਸੀਂ ਪ੍ਰਾਪਤ ਕਰਦੇ ਹਾਂ। ਸਾਨੂੰ ਸਮਝ ਆਉਂਦਾ ਹੈ ਕਿਸ ਤਰ੍ਹਾਂ ਪਰਮੇਸ਼ਰ ਆਪਣੇ ਵਚਨ ਦੇ ਨਾਲ ਸਾਨੂੰ ਇਹ ਗੱਲਾਂ ਦੇ ਭੇਤ ਆਪਣੇ ਵਚਨ ਦੇ ਵਿੱਚੋਂ ਸਿਖਾਉਂਦਾ ਹੈ। ਜ਼ਰੂਰੀ ਹੈ
ਕਿ ਅਸੀਂ ਉਸ ਨੂੰ ਸਿੱਖੀਏ ਪਰਮੇਸ਼ਰ ਦੇ ਕੋਲ, ਤਾਂ ਉਹ ਸਾਨੂੰ ਉਸ ਵਚਨ ਨੂੰ ਸਿਖਾਉਣ ਦੇ ਲਈ ਸਾਡੀ ਮਦਦ ਕਰਦਾ ਹੈ। ਇਸ ਦੇ ਨਾਲ ਅਸੀਂ ਹੋਰ ਇੱਕ ਵਚਨ ਦੇਖਦੇ ਹਾਂ, ਰੋਮੀਆਂ ਦੀ ਪੁਸਤਕ ਉਸ ਦਾ 10 ਅਧਿਆਏ ਉਸ ਦੀ 17 ਆਇਤ ਦੇ ਵਿੱਚੋਂ, ਜਿਹੜਾ ਵਚਨ ਦਾ ਭੇਤ ਸਾਨੂੰ ਪਰਮੇਸ਼ਰ ਵਿਸ਼ਵਾਸ ਦੇ ਨਾਲ ਸਿੱਖਣ ਦੇ ਲਈ ਸਾਨੂੰ ਦਿੰਦਾ ਹੈ। ਰੋਮੀਆਂ 10 ਦਾ 17 ਵਿੱਚ ਇਸ ਤਰ੍ਹਾਂ ਲਿਖਿਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਲਿਖਿਆ ਹੈ, ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਆਤਮਾ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਪਰਮੇਸ਼ਰ ਦੇ ਵਚਨ ਦੇ ਸੁਣਨ ਦੇ ਨਾਲ ਸਾਡੀਆਂ ਅੱਖਾਂ ਦੇ ਵਿੱਚ ਪਰਮੇਸ਼ਰ ਦਾ ਜੋ ਭੇਤ ਹੈ ਮੇਰੇ ਜੀਵਨ ਦੇ ਲਈ, ਮੇਰੇ ਜੀਵਨ ਦੀ ਅਗਵਾਈ ਦੇ ਲਈ, ਮੇਰੇ ਜੀਵਨ ਦੇ ਵਿੱਚ ਭਲੇ ਦੇ ਲਈ, ਉਹ ਮੇਰੇ ਜੀਵਨ ਦੇ ਵਿੱਚ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸ ਦੇ ਨਾਲ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜੇ ਆਪ ਨੂੰ ਵਚਨ ਨਾ ਸਮਝ ਆਵੇ ਇਸ ਬੁੱਧ ਦੇ ਵਿੱਚ, ਤਾਂ ਉਸ ਦੇ ਲਈ ਪਰਮੇਸ਼ਰ ਦਾ ਦਾਸ ਯਾਕੂਬ 1:5 ਦੇ ਵਿੱਚ, ਯਾਕੂਬ ਦੀ ਪੁਸਤਕ ਉਸ ਦਾ 1:5 ਦੇ ਵਿੱਚ ਲਿਖਿਆ, ਜੇ ਤੁਹਾਨੂੰ ਬੁੱਧ ਦਾ ਘਾਟਾ ਹੈ ਤਾਂ ਪਰਮੇਸ਼ਰ ਕੋਲੋਂ ਮੰਗੋ, ਬਿਨਾਂ ਸ਼ਰਤ ਤੋਂ ਤੁਹਾਨੂੰ ਦੇਵੇਗਾ, ਤੇ ਤੁਹਾਨੂੰ ਇਹ ਬਾਣੀ ਪਰਮੇਸ਼ਰ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ। ਇਹ ਪਰਮੇਸ਼ਰ ਬਿਨਾਂ ਸ਼ਰਤ ਦਿੰਦਾ ਹੈ। ਦੂਸਰੀ ਗੱਲ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਦੇ ਵਚਨ ਦੀ ਸਮਝ ਸਾਡੇ ਵਿੱਚ ਤੌਬਾ ਦੇ ਨਾਲ ਹੀ ਆਉਂਦੀ ਹੈ, ਬਿਨਾਂ ਤੌਬਾ ਤੋਂ ਨਹੀਂ ਆਉਂਦੀ ਹੈ। ਜਦੋਂ ਅਸੀਂ ਤੌਬਾ ਕਰਦੇ ਹਾਂ ਤਾਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਆਪਣੀ ਬੁੱਧ ਦੇ ਨਾਲ ਇਸ ਵਚਨ ਨੂੰ ਸਾਡੇ ਵਿੱਚ ਸਿਖਾਉਣ ਦੇ ਲਈ ਸਾਡੀ ਮਦਦ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਹੈ ਪਰਮੇਸ਼ਰ ਪੁੱਤਰ ਦੇ ਛੁਟਕਾਰੇ ਦੇ ਨਾਲ। ਮੈਂ ਯਸ਼ਾਇਆ ਦੀ ਪੁਸਤਕ ਉਸ ਦਾ 29 ਅਧਿਆਏ ਉਸ ਦੀ 18 ਆਇਤ ਆਪ ਦੇ ਲਈ ਪੜ੍ਹ ਰਿਹਾ ਹਾਂ। ਯਸ਼ਾਇਆ ਦੀ ਪੁਸਤਕ 29 ਅਧਿਆਏ ਉਸ ਦੀ 18 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ। ਇੱਥੇ ਕਹਿੰਦਾ, ਉਸ ਦਿਨ ਬੋਲੋ ਪੁਸਤਕ ਦੀਆਂ ਗੱਲਾਂ ਸੁਣਨਗੇ, ਉਸ ਦਿਨ ਬੋਲੇ ਪੁਸਤਕ ਦੀਆਂ ਗੱਲਾਂ ਸੁਣਨਗੇ ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਰ ਹਨੇਰੇ ਵਿੱਚੋਂ ਵੇਖਣਗੀਆਂ। ਜਦੋਂ ਅਸੀਂ ਤੌਬਾ ਕਰ ਲੈਣਗੇ ਤਾਂ ਬੋਲੇ ਪਰਮੇਸ਼ਰ ਦੀ ਬਾਣੀ ਸੁਣਨਗੇ। ਪ੍ਰਭੂ ਯਿਸੂ ਮਸੀਹ ਕੋਲ ਜਦੋਂ ਬੋਲੇ ਆਏ, ਉਹਨਾਂ ਦੇ ਕੰਨਾਂ ਨੂੰ ਖੋਲ੍ਹਿਆ ਗਿਆ ਤਾਂ ਉਹਨਾਂ ਨੇ ਪਰਮੇਸ਼ਰ ਦੀ ਬਾਣੀ ਨੂੰ ਸੁਣਿਆ। ਇਸੇ ਤਰ੍ਹਾਂ ਜਿਨ੍ਹਾਂ ਨੂੰ ਧੁੰਦਲਾ ਦਿਖਾਈ ਦਿੰਦਾ ਹੈ, ਉਹਨਾਂ ਨੂੰ ਹਨੇਰੇ ਦੇ ਵਿੱਚ ਦਿਖਾਈ ਦੇਵੇਗਾ। ਪੌਲਸ ਰਸੂਲ ਜਦ ਤੱਕ ਪਰਮੇਸ਼ਰ ਦੇ ਪ੍ਰਕਾਸ਼ ਨੂੰ ਉਸਨੇ ਨਹੀਂ ਵੇਖਿਆ, ਤਦ ਤੱਕ ਉਹ ਹਨੇਰੇ ਵਿੱਚ ਸੀ। ਜਦੋਂ ਪ੍ਰਕਾਸ਼ ਉਸਦੇ ਉੱਤੇ ਉਜਾਗਰ ਹੋ ਗਿਆ ਤਾਂ ਉਹ ਸੱਚ ਦੀਆਂ ਗੱਲਾਂ ਦੇ ਪਿੱਛੇ ਤੁਰ ਪਿਆ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਪੌਲਸ ਨੇ ਇਸ ਧੁੰਦ ਦਾ, ਇਸ ਧੁੰਦਲੇਪਨ ਦਾ ਜੋ ਪਰਦਾ ਸਾਡੇ ਵਿੱਚ ਸੀ, ਚੱਕਿਆ। ਕਿਵੇਂ ਚੱਕਿਆ? ਉਹ ਤੀਸਰੀ ਗੱਲ ਹੈ, ਯਿਸੂ ਮਸੀਹ ਸਾਡੇ ਵਿੱਚ ਜੋ ਹਨੇਰੇ ਦਾ ਪਰਦਾ ਹੈ ਉਸ ਨੂੰ ਚੁੱਕਦਾ ਹੈ। ਯਿਸੂ ਮਸੀਹ ਹਨੇਰੇ ਵਿੱਚ ਜੋ ਸਾਡੇ ਪਰਦਾ ਹੈ ਉਸ ਨੂੰ ਚੁੱਕਦਾ ਹੈ। ਇਸ ਨੂੰ ਅਸੀਂ ਪੜ੍ਹਦੇ ਹਾਂ 2 ਕਰੰਥੀਆਂ ਉਸ ਦਾ 3 ਅਧਿਆਏ 14 ਤੋਂ 16 ਆਇਤਾਂ ਵਿੱਚ। 2 ਕਰੰਥੀਆਂ ਉਸ ਦਾ 3 ਅਧਿਆਏ ਉਸ ਦੀ 14 ਤੋਂ 16। ਇੱਥੇ ਲਿਖਿਆ ਹੈ, ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੋੜੀ ਪੁਰਾਣੇ ਨਿਯਮ ਦੇ ਪੜ੍ਹਨ ਵਿੱਚ ਉਹ ਪਰਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ, ਪਰ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ। ਪੌਲਸ ਨੇ ਜਦ ਤੱਕ ਓਲਡ ਟੈਸਟਾਮੈਂਟ ਦੇ ਨਾਲ, ਪੁਰਾਣੇ ਨਿਯਮ ਦੇ ਨਾਲ ਚੱਲਦਾ ਸੀ, ਸ਼ਰ੍ਹਾਂ ਦੀਆਂ ਗੱਲਾਂ ਨੂੰ ਪੂਰਾ ਕਰਦਾ ਸੀ, ਉਦੋਂ ਤੱਕ ਉਸਨੇ ਪਰਮੇਸ਼ਰ ਦੀ ਮੁਕਤੀ ਨੂੰ ਨਹੀਂ ਵੇਖਿਆ। ਜਦੋਂ ਉਸਨੇ ਨਵੇਂ ਨਿਯਮ ਦੇ ਵਿੱਚ ਯਿਸੂ ਮਸੀਹ ਦੇ ਵਿੱਚ ਨਿਹਚਾ ਕੀਤੀ ਤਾਂ ਉਹ ਪਰਦਾ ਚੁੱਕ ਗਿਆ ਅਤੇ ਉਸਨੇ ਪਰਮੇਸ਼ਰ ਦੇ ਵਚਨ ਦੇ ਭੇਤਾਂ ਨੂੰ
ਸਮਝਣਾ ਅਤੇ ਜਾਣਨਾ ਸ਼ੁਰੂ ਕਰ ਦਿੱਤਾ। ਔਰ ਜਦੋਂ ਪਰਮੇਸ਼ਰ ਦੇ ਭੇਤਾਂ ਨੂੰ ਸਮਝਣਾ ਤੇ ਜਾਣਨਾ ਸ਼ੁਰੂ ਕਰ ਦਿੱਤਾ, ਪਿਆਰੋ, ਬਾਈਬਲ ਦੇ ਵਿੱਚ ਸਭ ਤੋਂ ਜ਼ਿਆਦਾ ਪੁਸਤਕਾਂ ਲਿਖਣ ਵਾਲਾ ਪਰਮੇਸ਼ਰ ਦਾ ਉਹ ਦਾਸ ਪੌਲਸ ਰਸੂਲ ਹੋਇਆ, ਜਿਹਨੇ 14 ਪੱਤਰੀਆਂ ਨੂੰ ਸਾਡੇ ਲਈ ਲਿਖ ਦਿੱਤਾ ਸਿਧਾਂਤਿਕ ਤੌਰ ਤੇ ਕਿ ਅਸੀਂ ਪਰਮੇਸ਼ਰ ਨੂੰ ਕਿਵੇਂ ਜਾਣ ਸਕਦੇ ਹਾਂ, ਅਸੀਂ ਪਰਮੇਸ਼ਰ ਦੇ ਰਾਜ ਦੇ ਮਾਰਗਾਂ ਵਿੱਚ ਕਿਵੇਂ ਵੱਧ ਸਕਦੇ ਹਾਂ। ਇੱਥੇ ਉਹ ਉਸ ਪੜਦੇ ਦੀ ਗੱਲ ਕਰਦਾ ਹੈ। 15 ਵਿੱਚ ਕਹਿੰਦਾ, ਸਗੋਂ ਅੱਜ ਤੱਕ ਜਦ ਤੱਕ ਮੂਸਾ ਦਾ ਗ੍ਰੰਥ ਪੜ੍ਹਿਆ ਜਾਂਦਾ ਹੈ ਤਾਂ ਪੜਦਾ ਉਹਨਾਂ ਦੇ ਦਿਲਾਂ ਵਿੱਚ ਰਹਿੰਦਾ ਹੈ, ਪਰ ਜੋ ਕੋਈ ਪ੍ਰਭੂ ਵੱਲ ਫਿਰੇਗਾ ਉਹ ਪੜਦਾ ਚਫੇਰਿਓਂ ਚੁੱਕ ਲਿਆ ਜਾਵੇਗਾ। ਇਹ ਪੜਦਾ ਪ੍ਰਭੂ ਯਿਸੂ ਮਸੀਹ ਵਿੱਚ ਹੀ ਚੁੱਕਿਆ ਜਾਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਵਰਗ ਦੇ ਬਾਰੇ ਜਾਣਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਰ ਦੇ ਬਾਰੇ ਜਾਣਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰਭੂ ਦੇ ਬਾਰੇ ਜਾਣਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਦੂਤਾਂ ਦੇ ਬਾਰੇ ਜਾਣਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਰ ਦੇ ਭੇਤਾਂ ਨੂੰ ਆਪਣੇ ਜੀਵਨ ਵਿੱਚ ਜਾਣਾ, ਤਾਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਬਗੈਰ ਕਦੇ ਵੀ ਇਸ ਵਚਨ ਨੂੰ ਨਹੀਂ ਸਮਝ ਸਕੋਗੇ। ਪ੍ਰਭੂ ਯਿਸੂ ਮਸੀਹ ਨੇ ਜਿਸ ਤਰ੍ਹਾਂ ਇਮਾਉਸ ਦੇ ਮਾਰਗ ਦੇ ਵਿੱਚ ਚੱਲਦਿਆਂ ਚੇਲਿਆਂ ਨੂੰ ਸਵਰਗ ਦੇ ਰਾਜ ਦੀ ਅਤੇ ਮੁਕਤੀ ਦੀ ਉਹ ਭੇਤ ਦੀ ਕਥਾ ਜਦੋਂ ਉਹਨਾਂ ਨੂੰ ਸੁਣਾਈ ਤਾਂ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਮਨ, ਉਹਨਾਂ ਦੀ ਬੁੱਧ ਖੁੱਲ ਗਈ। ਅੱਜ ਜੇ ਮੈਂ ਪਰਮੇਸ਼ਵਰ ਪੁੱਤਰ ਦੇ ਕੋਲ ਆ ਕੇ ਆਖਦਾ ਹਾਂ, ਪ੍ਰਭੂ ਜੀ ਮੈਨੂੰ ਆਪਣੇ ਵਚਨ ਨੂੰ ਸਮਝਣ ਦੀ ਅਤੇ ਆਪਣੇ ਵਚਨ ਦੇ ਜੀਵਨ ਦੇ ਭੇਤਾਂ ਦੀ ਸਮਝਣ ਦੇ ਲਈ ਮੇਰੀ ਮਦਦ ਕਰੋ, ਤਾਂ ਪਿਆਰੋ ਉਹ ਸਾਨੂੰ ਆਪਣੇ ਪੁੱਤਰ ਦੇ ਵਿੱਚ ਇਹ ਸਭ ਗੱਲਾਂ ਜੋ ਮੇਰੇ ਜੀਵਨ ਦੇ ਲਈ ਭਲੇ ਦੀਆਂ ਮੈਨੂੰ ਸਿਖਾਵੇਗਾ ਅਤੇ ਆਪਣੇ ਰਾਜ ਦੀ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਵਧਣ ਦੇ ਲਈ ਮੇਰੀ ਮਦਦ ਕਰੇਗਾ। ਇਸ ਲਈ ਪਹਿਲੀ ਗੱਲ, ਪ੍ਰਭੂ ਬਿਨਾਂ ਸ਼ਰਤ ਵਚਨ ਸਿਖਾਉਂਦਾ ਹੈ। ਦੂਸਰੀ ਗੱਲ, ਤੌਬਾ ਦੇ ਨਾਲ ਸਾਨੂੰ ਵਚਨ ਦੀ ਸਮਝ ਆਉਂਦੀ ਹੈ। ਤੀਸਰੀ ਗੱਲ, ਯਿਸੂ ਮਸੀਹ ਸਾਡੇ ਜੀਵਨ ਦੇ ਪਰਦੇ ਨੂੰ ਜੋ ਹਨੇਰਿਓਂ ਹੈ ਉਹ ਚੁੱਕਦਾ ਹੈ। ਉਸ ਤੋਂ ਬਗੈਰ ਕੋਈ ਵੀ ਸਾਡੇ ਜੀਵਨ ਦੇ ਵਿੱਚ ਇਸ ਭੇਤ ਨੂੰ ਨਹੀਂ ਖੋਲ ਸਕਦਾ, ਨਹੀਂ ਸਮਝਾ ਸਕਦਾ। ਇਸ ਲਈ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਤੌਬਾ ਕਰਕੇ ਸਵੀਕਾਰ ਕਰ ਲਿਆ ਹੈ, ਤਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਸਾਨੂੰ ਆਪਣੇ ਵਚਨ ਦੀ ਬੁੱਧ, ਆਪਣੇ ਵਚਨ ਦੀ ਸਮਝ ਸਾਨੂੰ ਦੇ, ਤਾਂ ਕਿ ਅਸੀਂ ਤੇਰੇ ਸਵਰਗੀ ਗਹਿਰੇ ਭੇਤਾਂ ਨੂੰ ਸਮਝ ਕੇ ਤੇਰੇ ਰਾਜ ਦੀ ਆਮਦ ਵਿੱਚ ਦਿਨ ਪ੍ਰਤੀ ਦਿਨ ਵਧਦੇ ਜਾਈਏ। ਪ੍ਰਭੂ ਨੇ ਮੈਨੂੰ ਇਹ ਦਿੱਤਾ ਹੈ, ਉਹ ਚਾਹੁੰਦਾ ਹੈ ਤੁਹਾਨੂੰ ਵੀ ਬਿਨਾਂ ਸ਼ਰਤ ਦੇਵੇ, ਤਾਂ ਕਿ ਤੁਸੀਂ ਵੀ ਉਸ ਦੇ ਭੇਤਾਂ ਨੂੰ ਸਮਝਦੇ ਹੋਏ ਉਸ ਦੇ ਰਾਜ ਵਿੱਚ ਵਧਦੇ ਜਾਓ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਹਮਾਰਾ ਨਾਮ